ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇਲੈਕਸ਼ਨ ਦੇ ਵਿੱਚ ਖੁੱਲ੍ਹ ਕੇ ਕੰਪੇਨ ਜਿਹੜੀ ਕਰਦੇ ਸੀ, ਤੁਹਾਡੇ ਲਈ ਵੀ ਕੰਪੇਨ ਕਰਨ ਆਏ ਸੀ, ਵੱਡੇ ਮਾਨ ਸਾਹਿਬ ਦੇ ਲਈ ਵੀ ਕੰਪੇਨ ਕੀਤੀ ਸੀ। ਇਲੈਕਸ਼ਨ ਦੇ ਪੱਖ ਤੋਂ ਦੇਖੀਏ, ਦੀਪ ਸਿੱਧੂ ਦਾ ਅਚਾਨਕ ਐਕਸੀਡੈਂਟ ਹੋ ਜਾਣਾ ਜਾਂ ਕਰਵਾ ਦਿੱਤਾ ਜਾਣਾ ਕਿੱਡਾ ਕੁ ਵੱਡਾ ਘਾਟਾ ਪੋਲੀਟੀਕਲ ਕੈਰੀਅਰ ਦੇ? ਦੀਪ ਸਿੱਧੂ ਦੇ ਨਾਂ ਤੇ ਬਰਸੀਆਂ ਵੀ ਹੋਣਗੀਆਂ, ਭੋਗ ਵੀ ਹੋਣਗੇ। ਭੋਗ ਇੱਕ ਰਾਹ ਹੈ ਆਪਣੇ ਇਤਿਹਾਸ ਨੂੰ ਯਾਦ ਕਰਨ ਦਾ, ਜਿਨ੍ਹਾਂ ਨੇ ਕੌਮ ਵਾਸਤੇ ਕੰਮ ਕੀਤਾ, ਉਹਨਾਂ ਨੂੰ ਚੇਤੇ ਰੱਖਣ ਦਾ, ਜੋ ਕਿ ਉਸ ਸੋਚ ਨੂੰ ਉਭਾਰਨ ਦਾ ਰਸਤਾ ਹੈ। ਦੀਪ ਸਿੰਘ ਸਿੱਧੂ ਨੇ ਜਿਹੜਾ ਕੰਮ ਚੱਕਿਆ, ਉਹਦੀ ਸਫਲਤਾ ਅੱਜ ਤੁਹਾਨੂੰ ਨਜ਼ਰ ਆ ਰਹੀ ਹੈ। ਸੋ ਇਸ ਪੱਖੋਂ ਘਾਟਾ ਹੈ ਕਿ ਉਹ ਅੱਗੇ ਇਸ ਨੂੰ ਅੱਗੇ ਲੈ ਕੇ ਜਾਂਦੇ, ਉਹ ਮੈਂ ਮੰਨਦਾ, ਪਰ ਮੈਂ ਇਹ ਨਹੀਂ ਮੰਨਣ ਨੂੰ ਤਿਆਰ ਕਿ ਉਹਨਾਂ ਨੇ ਕੰਮ ਜਿਹੜਾ ਤੋਰਿਆ ਸੀ ਉਹ ਸਿਰੇ ਨਹੀਂ ਲੱਗੂਗਾ। ਖਾਲਿਸਤਾਨ ਦੀ ਗੱਲ ਕਰਨ ਤੇ ਯੂਆਪਾ ਤੱਕ ਲਗਾ ਦਿੱਤਾ ਜਾਂਦਾ ਸੀ, ਸਿੱਖ ਲਿਟਰੇਚਰ ਮਿਲਣ ਤੱਕ ਤੇ ਉਮਰ ਕੈਦਾਂ ਤੱਕ ਹੋ ਜਾਂਦੀਆਂ ਨੇ, ਪਰ ਨੌਜਵਾਨ ਵਰਗ ਜਿਹੜਾ ਅੱਜ ਦੇਖਿਆ ਜਾ ਰਿਹਾ, ਸੰਸਕਾਰ ਤੇ ਵੀ ਦੇਖਿਆ ਸੀ ਕਿ ਖਾਲਿਸਤਾਨ ਦੇ ਹੱਕ ਦੇ ਵਿੱਚ ਖੁੱਲ੍ਹ ਕੇ ਸਾਹਮਣੇ ਆ ਰਿਹਾ, ਖੁੱਲ੍ਹ ਕੇ ਨਾਅਰੇਬਾਜ਼ੀ ਕਰ ਰਿਹਾ। ਕੀ ਇਮਾਨ ਸਿੰਘ ਮਾਨ ਸਾਡੇ ਨਾਲ ਮੌਜੂਦ ਨੇ, ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ। ਬਾਈ ਜੀ, ਕੀ ਕਹਿਣਾ ਚਾਹੁੰਦੇ ਹੋ ਕਿ ਦੀਪ ਸਿੱਧੂ ਜੋ ਅੱਜ ਸਾਡੇ ਵਿੱਚ ਨਹੀਂ, ਪਰ ਨੌਜਵਾਨ ਵਰਗ ਜਿਹੜਾ ਇੱਕ ਸਮੁੰਦਰ ਦੀ ਤਰ੍ਹਾਂ ਅੰਤਿਮ ਰਸਮਾਂ ਦੇ ਵਿੱਚ ਸ਼ਾਮਲ ਹੋਣ ਵਾਲੀ ਹੈ? ਅੱਜ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿਹੜਾ ਘਾਟ ਹੈ ਉਹ ਸਾਡੇ ਵੀਰ ਦਾ ਕਦੀ ਪੂਰਾ ਨਹੀਂ ਹੋਊਗਾ, ਪਰ ਜਿਹੜੀ ਸੋਚ ਉਭਾਰ ਗਿਆ ਉਹ ਅੱਜ ਵੱਧਦੀ ਹੈ। ਸੋ ਇਹ ਸੋਚ ਜਿਹੜੀ ਸਾਡੀ ਗੁਰੂ ਘਰ ਦੀ ਹੈ, ਇਹਨੇ ਸਾਡੇ ਸਾਹਿਬਜ਼ਾਦੇ ਉਹ ਜਿਹੜੀ ਸੋਚ ਤੇ ਪਹਿਰਾ ਦੇ ਗਏ, ਉਹਦੇ ਨਾਲ ਇਹ ਸੋਚ ਉਭਰੀ ਹੈ। ਅੱਜ ਜਿੱਥੇ ਇੱਕ ਬਹੁਤ ਮਾੜਾ ਵਾਕਾ ਹੋਇਆ, ਜਿੱਥੇ ਅਸੀਂ ਨੌਜਵਾਨ ਵੀਰ ਗਵਾਇਆ, ਉਹ ਇਸ ਸੋਚ ਨੂੰ ਉਭਾਰ ਕੇ ਚਲੇ ਗਿਆ ਹੈਗਾ, ਤੇ ਅਸੀਂ ਉਹਨਾਂ ਦੀ ਅਰਦਾਸ ਅੱਜ ਕਰਾਂਗੇ ਕਿ ਉਹਨਾਂ ਨੂੰ ਸੁਖ ਨਿਵਾਸ ਬਖਸ਼ਣ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇਲੈਕਸ਼ਨ ਦੇ ਵਿੱਚ ਖੁੱਲ੍ਹ ਕੇ ਕੰਪੇਨ ਜਿਹੜੀ ਕਰਦੇ ਸੀ, ਤੁਹਾਡੇ ਲਈ ਵੀ ਕੰਪੇਨ ਕਰਨ ਆਏ ਸੀ, ਵੱਡੇ ਮਾਨ ਸਾਹਿਬ ਦੇ ਲਈ ਵੀ ਕੰਪੇਨ ਕੀਤੀ ਸੀ। ਇਲੈਕਸ਼ਨ ਦੇ ਪੱਖ ਤੋਂ ਦੇਖੀਏ, ਦੀਪ ਸਿੱਧੂ ਦਾ ਅਚਾਨਕ ਐਕਸੀਡੈਂਟ ਹੋ ਜਾਣਾ ਜਾਂ ਕਰਵਾ ਦਿੱਤਾ ਜਾਣਾ ਕਿੱਡਾ ਕੁ ਵੱਡਾ ਘਾਟਾ ਪੋਲੀਟੀਕਲ ਕੈਰੀਅਰ ਦੇ? ਦੀਪ ਸਿੰਘ ਸਿੱਧੂ ਨੇ ਜਿਹੜਾ ਕੰਮ ਚੱਕਿਆ, ਉਹਦੀ ਸਫਲਤਾ ਅੱਜ ਤੁਹਾਨੂੰ ਨਜ਼ਰ ਆ ਰਹੀ ਹੈ। ਸੋ ਇਸ ਪੱਖੋਂ ਘਾਟਾ ਹੈ ਕਿ ਉਹ ਅੱਗੇ ਇਸ ਨੂੰ ਅੱਗੇ ਲੈ ਕੇ ਜਾਂਦੇ, ਉਹ ਮੈਂ ਮੰਨਦਾ, ਪਰ ਮੈਂ ਇਹ ਨਹੀਂ ਮੰਨਣ ਨੂੰ ਤਿਆਰ ਕਿ ਉਹਨਾਂ ਨੇ ਕੰਮ ਜਿਹੜਾ ਤੋਰਿਆ ਸੀ ਉਹ ਸਿਰੇ ਨਹੀਂ ਲੱਗੂਗਾ, ਕਿਉਂਕਿ ਜਿਹੜੀ ਸੋਚ ਤੇ ਉਹ ਤੁਰੇ ਸੀ ਉਹ ਅੱਜ ਉੱਭਰ ਕੇ ਸਾਹਮਣੇ ਆ ਰਹੀ ਹੈ, ਤੇ ਮੈਂ ਸਮਝਦਾ ਇਸ ਪੱਖੋਂ ਸਫਲ ਸੀਗੇ। ਉਹਨਾਂ ਦੀ ਲੋੜ ਜ਼ਰੂਰ ਸੀ, ਕਿਉਂਕਿ ਜਿੰਨੇ ਤਸੀਹੇ ਤਸ਼ੱਦਦ ਝੱਲ ਕੇ ਉਹ ਸੋਚ ਦੇ ਅਧੀਨ ਖੜ ਕੇ ਇੱਕ ਬਹੁਤ ਵੱਡਾ ਸਾਨੂੰ ਐਗਜ਼ਾਮਪਲ ਦੇਤਾ, ਉਹ ਹਜੇ ਵੀ ਸਾਨੂੰ ਉਹਨਾਂ ਦੀ ਲੋੜ ਸੀ। ਪਰ ਸਿੱਖੀ ਮੌਕੇ ਤੇ ਜਿਹੜੀ ਧਰਤੀ ਤੇ ਬੈਠੇ ਆ, ਸਾਨੂੰ ਜਿਹੜੇ ਸਹਿਤ ਦਿੰਦੇ ਆ, ਉਹਨਾਂ ਨੂੰ ਅਸੀਂ ਗਵਾਇਆ। ਸਾਹਿਬਜ਼ਾਦੇ ਉਰਿਓਂ ਗਏ, ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਇੱਥੋਂ ਚਲੇ ਗਏ, ਪਰ ਉਹ ਇਸੇ ਰੂਪ 'ਚ ਸਾਨੂੰ ਸਹਿਤ ਦਿੰਦੇ ਆ। ਖਾਲਿਸਤਾਨ ਦੀ ਗੱਲ ਕਰਨ ਤੇ ਯੂਆਪਾ ਤੱਕ ਲਗਾ ਦਿੱਤਾ ਜਾਂਦਾ ਸੀ, ਸਿੱਖ ਲਿਟਰੇਚਰ ਮਿਲਣ ਤੱਕ ਤੇ ਉਮਰ ਕੈਦਾਂ ਤੱਕ ਹੋ ਜਾਂਦੀਆਂ ਨੇ, ਪਰ ਨੌਜਵਾਨ ਵਰਗ ਜਿਹੜਾ ਅੱਜ ਦੇਖਿਆ ਜਾ ਰਿਹਾ, ਸੰਸਕਾਰ ਤੇ ਵੀ ਦੇਖਿਆ ਸੀ ਕਿ ਖਾਲਿਸਤਾਨ ਦੇ ਹੱਕ ਦੇ ਵਿੱਚ ਖੁੱਲ੍ਹ ਕੇ ਸਾਹਮਣੇ ਆ ਰਿਹਾ, ਖੁੱਲ੍ਹ ਕੇ ਨਾਅਰੇਬਾਜ਼ੀ ਕਰ ਰਿਹਾ। ਕੀ ਦੇਖੋ, ਇਹ ਕੋਈ ਗਲਤ ਗੱਲ ਹੈ ਨਹੀਂ ਗੀ। ਸੁਪਰੀਮ ਕੋਰਟ ਨੇ ਇਹਦੇ ਉੱਤੇ ਰੂਲਿੰਗ ਦਿੱਤੀ ਹੈ। ਜੇ ਆਪਾਂ ਰਾਮ ਰਾਜ ਕਹਿ ਕੇ ਹਿੰਦੁਸਤਾਨ ਕਹਿੰਦੇ ਆ, ਜਿਹੜਾ ਨਾਂ ਦੇਸ਼ ਦਾ ਉਹ ਭਾਰਤ ਤੇ ਇੰਡੀਆ ਹੈ, ਪਰ ਜੇ ਕੋਈ ਹਿੰਦੁਸਤਾਨ ਕਹਿੰਦਾ ਉਹਦੇ ਤੇ ਕੋਈ ਐਕਸ਼ਨ ਨਹੀਂ ਲੈਂਦਾ। ਜਿਹੜੀ ਧਰਤੀ ਤੇ ਪਹਿਲਾਂ ਖਾਲਸਾ ਰਾਜ ਹੋਇਆ, ਜਿਹਨੇ ਸਾਨੂੰ ਆਜ਼ਾਦ ਕਰਕੇ ਸਾਨੂੰ ਜ਼ਮੀਨਾਂ ਦੇ ਹੱਕ ਦਿੱਤੇ ਆ, ਬਾਬਾ ਬੰਦਾ ਸਿੰਘ ਬਹਾਦਰ ਦਾ ਜੋ ਉਰੇ ਰਾਜ ਰਿਹਾ, ਜਿਹੜਾ ਰਾਜ ਸਰਬੱਤਾ ਭਲਾ ਜਾਤ ਪਾਤ ਤੋਂ ਉੱਤੇ ਉੱਠ ਕੇ ਉਹਨਾਂ ਨੇ ਸਾਨੂੰ ਜਿਹੜੀ ਸੋਚ ਬਖਸ਼ੀ ਹੈ, ਉਸ ਗੱਲ ਕਹਿਣ ਤੇ ਕੀ ਇਤਰਾਜ਼ ਹੋ ਸਕਦਾ ਹੈ? ਜ਼ਬਰ ਜ਼ਰੂਰ ਸਾਡੇ ਨਾਲ ਹੋਇਆ ਕਿ ਸਾਨੂੰ ਬਾਰ-ਬਾਰ ਇਹਦੇ ਅਧੀਨ ਦਬਾਇਆ ਗਿਆ ਹੈ। ਸਾਡੇ ਉੱਤੇ ਗਲਤ ਕੇਸ ਲੱਗੇ ਆ, ਪ੍ਰਧਾਨ ਸਾਹਿਬ ਦੇ ਉੱਤੇ 90 ਕੇਸ ਇਹੋ ਜਿਹੇ ਪੈ ਚੁੱਕੇ ਆ, ਜਿਹਦੇ ਵਿੱਚ ਕੋਈ ਵੀ ਕਨਵਿਕਸ਼ਨ ਨਹੀਂ ਹੋਈ। ਸੋ ਇਹ ਡਰਾਵਾ ਹੈ, ਇਹ ਧਮਕੀਆਂ ਹੈ, ਇਹ ਗਲਤ ਗੱਲ ਹੈ ਕਿ ਮਾਹੌਲ ਖਰਾਬ ਹੋ ਜੂ। ਜੇ ਹਿੰਦੁਸਤਾਨ ਕਹੇ ਤੇ ਮਾਹੌਲ ਨਹੀਂ ਖਰਾਬ ਹੁੰਦਾ, ਖਾਲਸਾ ਰਾਜ ਤਾਂ ਸਰਬੱਤ ਦੇ ਭਲੇ ਦਾ, ਉਸ 'ਚ ਕਿਉਂ ਹੋ ਜੂਗਾ? ਦੀਪ ਸਿੱਧੂ ਅਕਸਰ ਕਹਿੰਦੇ ਸੀ ਕਿ
ਕੌਮ ਨੂੰ ਇਤਿਹਾਸ ਨਹੀਂ ਸਾਂਭਣਾ ਆਉਂਦਾ, ਰਚਣਾ ਬੇਸ਼ੱਕ ਆਉਂਦਾ। ਕੌਮ ਬਰਸੀਆਂ ਤੇ ਇਕੱਠੇ ਹੋਣ ਜੋਗੀ ਆ, ਕੌਮ ਭੋਗਾਂ ਦੇ ਇਕੱਠੇ ਹੋਣ ਜੋਗੀ ਆ। ਕਿਤੇ ਫਿਰ ਦੀਪ ਸਿੱਧੂ ਦੇ ਨਾਲ ਵੀ ਉਹੀ ਤਾਂ ਨਹੀਂ ਹੋ ਜਾਊਗਾ ਕਿ ਅੱਜ ਭੋਗ ਤੇ ਇਕੱਠੇ ਹੋ ਗਏ ਤੇ ਬਾਅਦ ਦੇ ਵਿੱਚ ਕੱਲ ਤੋਂ ਜੇ ਬਾਅਦ ਜਿਹੜਾ ਖਤਮ ਹੋ ਜੂਗੀ ਇਸ ਨੂੰ। ਦੀਪ ਸਿੱਧੂ ਦੇ ਨਾਂ ਤੇ ਬਰਸੀਆਂ ਵੀ ਹੋਣਗੀਆਂ, ਭੋਗ ਵੀ ਹੋਣਗੇ। ਭੋਗ ਇੱਕ ਰਾਹ ਹੈ ਆਪਣੇ ਇਤਿਹਾਸ ਨੂੰ ਯਾਦ ਕਰਨ ਦਾ, ਜਿਨ੍ਹਾਂ ਨੇ ਕੌਮ ਵਾਸਤੇ ਕੰਮ ਕੀਤਾ ਉਹਨਾਂ ਨੂੰ ਚੇਤੇ ਰੱਖਣ ਦਾ, ਜੋ ਕਿ ਉਸ ਸੋਚ ਨੂੰ ਉਭਾਰਨ ਦਾ ਰਸਤਾ ਹੈ। ਸੋ ਅਸੀਂ ਸਮਝਦੇ ਹਾਂ ਕਿ ਉਹਨਾਂ ਦੀ ਸ਼ੰਕਾ ਇਹ ਸੀ ਕਿ ਆਪਾਂ ਉੱਥੇ ਇਕੱਠੇ ਹੋ ਕੇ ਅੱਗੇ ਨਾ ਕੰਮ ਕਰੀਏ। ਮੈਂ ਆਪਣੇ ਨੌਜਵਾਨ ਵੀਰਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਆਪਾਂ ਨੇ ਭੋਗਾਂ ਤੋਂ ਵੱਧ ਆਪਣੇ ਮਾਨਸਿਕ ਹੱਕਾਂ ਦੇ ਉੱਤੇ ਹਰੇਕ ਪੱਖੋਂ ਪਹਿਰਾ ਦੇਣਾ ਹੈ, ਪਰ ਅਸੀਂ ਉਹਨੂੰ ਯਾਦ ਰੱਖਾਂਗੇ ਤੇ ਅਸੀਂ ਇਸੇ ਤਰ੍ਹਾਂ ਉਹਨੂੰ ਚੇਤੇ ਵੀ ਰੱਖਾਂਗੇ। ਆਖਰੀ ਸਵਾਲ ਆ ਕਿ ਦੀਪ ਸਿੱਧੂ ਦੀ ਸੋਚ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾ ਸਕਦਾ, ਕਿਸ ਤਰ੍ਹਾਂ ਬੇਸ਼ੱਕ ਦੀਪ ਅੱਜ ਖਤਮ ਹੋ ਗਿਆ ਪਰ ਉਹਨਾਂ ਦੀ ਸੋਚ ਨੂੰ ਬਚਾਇਆ ਜਾਵੇ, ਕੀ ਉਪਰਾਲੇ ਜਿਹੜੇ ਨੇ ਕੀਤੇ ਜਾਣੇ ਚਾਹੀਦੇ ਨੇ? ਇਸ ਸੋਚ ਨੂੰ ਤੁਸੀਂ ਇੱਕ ਵਧੀਆ ਜੀਵਨ, ਹੱਕਾਂ ਤੇ ਆਪਣੀ ਆਜ਼ਾਦੀਆਂ ਤੇ ਪਹਿਰਾ ਦੇ ਕੇ, ਹੋਰਾਂ ਦੇ ਹੱਕਾਂ ਤੇ ਆਜ਼ਾਦੀਆਂ ਤੇ ਪਹਿਰਾ ਦੇ ਕੇ ਆਪਾਂ ਜੇ ਜੀਏ ਤਾਂ ਮੈਂ ਸਮਝਦਾ ਹਾਂ ਕਿ ਜਿਹੜਾ ਕੰਮ ਦੀਪ ਸਿੰਘ ਸਿੱਧੂ ਨੇ ਤੋਰਿਆ ਸੀ ਉਹ ਸਦਾ ਹੀ ਸਾਡੇ ਵਿੱਚ ਚੱਲਦਾ ਰਹੂਗਾ। ਇਹੀ ਸੋਚ ਸਾਨੂੰ ਭਗਤ ਰਵਿਦਾਸ ਸਮੇਂ ਦੇ, ਭਗਤ ਕਬੀਰ ਜੀ ਦੇ ਸਮੇਂ ਤੋਂ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ, ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ, ਅੱਗੇ ਸਰ ਭਗੇਲ ਸਿੰਘ ਨੇ, ਸਰ ਰਣਜੀਤ ਸਿੰਘ ਨੇ, ਸਿੰਘ ਸਭਾ ਲਹਿਰ ਨੇ, ਇਹ ਸੋਚ ਦੇ ਉੱਤੇ ਪਹਿਰਾ ਦਈਏ ਤੇ ਹੁਣ ਅੱਗੇ ਆਪਾਂ ਕੋਸ਼ਿਸ਼ ਕਰੀਏ ਕਿ ਆਪਣੇ ਗੁਰੂ ਘਰ ਆਜ਼ਾਦ ਕਰੀਏ। ਜਿਹੜੀ ਉਰੇ ਸਾਹਮਣੇ ਚੋਣਾਂ ਸਾਡੀਆਂ 10 ਸਾਲ ਤੋਂ ਜ਼ਬਤ ਕੀਤੀਆਂ ਗਈਆਂ, ਸਾਡਾ ਜਮਹੂਰੀਅਤ ਢਾਂਚਾ ਤੋੜਿਆ ਗਿਆ, ਉਹਦੇ ਉੱਤੇ ਪਹਿਰਾ ਦਈਏ ਤੇ ਆਪਾਂ ਇਸ ਸੰਘਰਸ਼ 'ਚ ਜੁੜੇ ਰਹੀਏ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੋਸਤੋ, ਜਿਹੜੇ ਦੀਪ ਸਿੱਧੂ ਦੀ ਸੋਚ ਬਾਰੇ ਇਮਾਨ ਸਿੰਘ ਮਾਨ ਨੇ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਦੀਪ ਸਿੱਧੂ ਦੀ ਸੋਚ ਨੂੰ ਬਚਾਇਆ ਜਾ ਸਕਦਾ। ਦੀਪ ਸਿੱਧੂ ਨੂੰ ਬੇਸ਼ੱਕ ਅੱਜ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ, ਉਹਨਾਂ ਦੀ ਸੋਚ ਨੂੰ ਬਚਾਉਣ ਦੀ ਲੋੜ ਆ। ਨੌਜਵਾਨਾਂ ਦੇ ਵਿੱਚ ਜੋ ਚਿਣਗ ਦੀਪ ਸਿੱਧੂ ਜਗਾ ਗਏ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਖਤਮ ਨਾ ਕਰਨ ਦੀ ਅਪੀਲ ਕੀਤੀ ਕਿ ਮਾਨ ਸਾਹਿਬ ਨੇ ਕਿਹਾ ਕਿ ਬਰਸੀਆਂ ਵੀ ਦੀਪ ਸਿੱਧੂ ਦੀਆਂ ਮਨਾਈਆਂ ਜਾਣਗੀਆਂ। ਦੀਪ ਸਿੱਧੂ ਦੀ ਜਿਹੜੀ ਸੋਚ ਆ ਉਸ ਦੀ ਚਿਣਗ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਜਾਰੀ ਰੱਖਣ ਦੀ ਜਾਂ ਜਿਉਂਦਾ ਰੱਖਣ ਦੀ ਕੋਸ਼ਿਸ਼ ਕੀਤੀ ਜਾਊਗੀ। ਪੰਜਾਬੀ ਲੋਕ ਚੈਨਲ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਸੰਸਾਰਦੀਪ ਸਿੰਘ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇਲੈਕਸ਼ਨ ਦੇ ਵਿੱਚ ਖੁੱਲ੍ਹ ਕੇ ਕੰਪੇਨ ਜਿਹੜੀ ਕਰਦੇ ਸੀ, ਤੁਹਾਡੇ ਲਈ ਵੀ ਕੰਪੇਨ ਕਰਨ ਆਏ ਸੀ, ਵੱਡੇ ਮਾਨ ਸਾਹਿਬ ਦੇ ਲਈ ਵੀ ਕੰਪੇਨ ਕੀਤੀ ਸੀ। ਇਲੈਕਸ਼ਨ ਦੇ ਪੱਖ ਤੋਂ ਦੇਖੀਏ ਦੀਪ ਸਿੱਧੂ ਦਾ ਅਚਾਨਕ ਐਕਸੀਡੈਂਟ ਹੋ ਜਾਣਾ ਜਾਂ ਕਰਵਾ ਦਿੱਤਾ ਜਾਣਾ ਕਿੱਡਾ ਕੁ ਵੱਡਾ ਘਾਟਾ ਪੋਲੀਟੀਕਲ ਕੈਰੀਅਰ ਦੇ? ਦੀਪ ਸਿੱਧੂ ਦੇ ਨਾਂ ਤੇ ਬਰਸੀਆਂ ਵੀ ਹੋਣਗੀਆਂ, ਭੋਗ ਵੀ ਹੋਣਗੇ। ਭੋਗ ਇੱਕ ਰਾਹ ਹੈ ਆਪਣੇ ਇਤਿਹਾਸ ਨੂੰ ਯਾਦ ਕਰਨ ਦਾ, ਜਿਨ੍ਹਾਂ ਨੇ ਕੌਮ ਵਾਸਤੇ ਕੰਮ ਕੀਤਾ ਉਹਨਾਂ ਨੂੰ ਚੇਤੇ ਰੱਖਣ ਦਾ, ਜੋ ਕਿ ਉਸ ਸੋਚ ਨੂੰ ਉਭਾਰਨ ਦਾ ਰਸਤਾ ਹੈ। ਦੀਪ ਸਿੰਘ ਸਿੱਧੂ ਨੇ ਜਿਹੜਾ ਕੰਮ ਚੱਕਿਆ ਉਹਦੀ ਸਫਲਤਾ ਅੱਜ ਤੁਹਾਨੂੰ ਨਜ਼ਰ ਆ ਰਹੀ ਹੈ। ਸੋ ਇਸ ਪੱਖੋਂ ਘਾਟਾ ਹੈ ਕਿ ਉਹ ਅੱਗੇ ਇਸ ਨੂੰ ਅੱਗੇ ਲੈ ਕੇ ਜਾਂਦੇ, ਉਹ ਮੈਂ ਮੰਨਦਾ, ਪਰ ਮੈਂ ਇਹ ਨਹੀਂ ਮੰਨਣ ਨੂੰ ਤਿਆਰ ਕਿ ਉਹਨਾਂ ਨੇ ਕੰਮ ਜਿਹੜਾ ਤੋਰਿਆ ਸੀ ਉਹ ਸਿਰੇ ਨਹੀਂ ਲੱਗੂਗਾ। ਖਾਲਿਸਤਾਨ ਦੀ ਗੱਲ ਕਰਨ ਤੇ ਯੂਆਪਾ ਤੱਕ ਲਗਾ ਦਿੱਤਾ ਜਾਂਦਾ ਸੀ, ਸਿੱਖ ਲਿਟਰੇਚਰ ਮਿਲਣ ਤੱਕ ਤੇ ਉਮਰ ਕੈਦਾਂ ਤੱਕ ਹੋ ਜਾਂਦੀਆਂ ਨੇ, ਪਰ ਨੌਜਵਾਨ ਵਰਗ ਜਿਹੜਾ ਅੱਜ ਦੇਖਿਆ ਜਾ ਰਿਹਾ, ਸੰਸਕਾਰ ਤੇ ਵੀ ਦੇਖਿਆ ਸੀ ਕਿ ਖਾਲਿਸਤਾਨ ਦੇ ਹੱਕ ਦੇ ਵਿੱਚ ਖੁੱਲ੍ਹ ਕੇ ਸਾਹਮਣੇ ਆ ਰਿਹਾ, ਖੁੱਲ੍ਹ ਕੇ ਨਾਅਰੇਬਾਜ਼ੀ ਕਰ ਰਿਹਾ। ਕੀ